ਰੋ ਵੀ ਹੈਗੀ ਹੈ ਜਿਹੜੀ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਦੀ ਇਨਫੋਰਮੇਸ਼ਨ ਹਰੇਕ ਗੁਰਦੁਆਰੇ ਤੋਂ ਕਲੈਕਟ ਕਰਦੀ ਹੈ। ਇੱਥੋਂ ਦੀ CID ਹੈ, ਚੰਡੀਗੜ੍ਹ ਦੀ CID ਹੈ। ਇਹਨਾਂ ਨੇ ਇਤਲਾਹ ਕਿਉਂ ਨਹੀਂ ਸਰਕਾਰ ਨੂੰ ਦਿੱਤੀ ਕਿ ਪਟਿਆਲੇ ਦੇ ਵਿੱਚ ਗੜਬੜ ਹੋਊਗੀ। ਹੁਣ ਜਿਹੜੀ IB ਹੈ ਤੇ ਰੋ ਹੈ, ਮਿਲਟਰੀ ਇੰਟੈਲੀਜੈਂਸ ਹੈ, ਇਹਨਾਂ ਨੇ 2020 ਤੋਂ ਪਹਿਲਾਂ ਹਕੂਮਤ ਨੂੰ ਕਿਉਂ ਨਹੀਂ ਦੱਸਿਆ ਕਿ ਚੀਨੀਆਂ ਨੇ ਅਟੈਕ ਕਰਨਾ ਤੁਹਾਡੇ ਉੱਤੇ। ਫਿਰ ਇਹ ਏਜੰਸੀਜ਼ ਨੇ ਕਿਉਂ ਨਹੀਂ ਦੱਸਿਆ ਹਕੂਮਤ ਨੇ ਕਿ ਅਮਰੀਕਾ ਨੇ ਇੱਕਦਮ ਅਫਗਾਨਿਸਤਾਨ ਨੂੰ ਛੱਡ ਦੇਣਾ ਹੈ ਤੇ ਤੁਸੀਂ ਜਿੰਨੇ ਵੀ ਇੰਡੀਅਨਸ ਹੈਗੇ ਆ, ਹਿੰਦੂ ਸਿੱਖ, ਉਹਦੇ ਤੋਂ ਪਹਿਲਾਂ ਇਹਨਾਂ ਨੂੰ ਬਾਹਰ ਕੱਢੋ। ਫਿਰ ਇਹ ਵੀ ਤੁਹਾਨੂੰ ਵੀ ਤੇ ਮੈਨੂੰ ਵੀ, ਪਰ IB ਰੋ ਮਿਲਟਰੀ ਇੰਟੈਲੀਜੈਂਸ ਤੇ ਜਿੰਨੇ ਵੀ ਸਾਡੇ ਸਫੀਰਖਾਨੇ ਹੈ IFS ਦੇ, ਉਹਨਾਂ ਨੇ ਕਿਉਂ ਨਹੀਂ ਦੱਸਿਆ ਕਿ ਰੂਸ ਯੂਕਰੇਨ ਦੇ ਉੱਤੇ ਹਮਲਾ ਕਰੂਗੀ ਤੇ ਜਿੰਨੇ ਵੀ ਇੰਡੀਅਨ ਡਾਕਟਰਸ ਨੇ ਗਵਰਨਮੈਂਟ ਆਫ ਇੰਡੀਆ ਉਹਨਾਂ ਨੂੰ ਬਾਹਰ ਕੱਢ ਲਏ ਉਹਦੇ ਤੋਂ ਪਹਿਲਾਂ। ਹੁਣ ਇੰਨਾ ਮੈਸਿਵ ਫੇਲੀਅਰ ਹੈ ਸਰਕਾਰ ਦਾ ਤੇ ਨਾਰਾ ਲਾਈ ਜਾਣਾ ਸਿੱਖਾਂ ਦਾ। ਤੇ ਦੇਖੋ ਅਮਿਤ ਸ਼ਾਹ ਨੇ ਤੇ ਸੈਂਟਰਲ ਹੋਮ ਸੈਕਟਰੀ ਨੇ ਮਿਸਟਰ ਭੱਲੇ ਨੇ ਰਾਮਨਵਮੀ ਤੋਂ ਪਹਿਲਾਂ ਕਿਉਂ ਨਹੀਂ ਸਾਰੀਆਂ ਸਟੇਟਸ ਨੂੰ ਦੱਸਿਆ ਕਿ ਡਰ ਹੈਗਾ ਦੰਗੇ ਹੋਣਗੇ ਤੇ ਤੁਸੀਂ ਚੌਕਸੀ ਵਧਾ ਦਿਓ। ਤੇ ਫਿਰ ਕੀ ਮਤਲਬ ਸੀ ਕਿ BJP ਤੇ RSS ਤੇ ਸ਼ਿਵ ਸੈਨਾ ਦੇ ਲੋਕ ਰਾਮਨਵਮੀ ਦੇ ਜਲੂਸ ਦੇ ਵਿੱਚ ਮਸਜਿਦਾਂ ਦੇ ਉੱਤੇ ਭਗਵੇਂ ਰੰਗ ਦੇ ਝੰਡੇ ਚੜ੍ਹ ਰਹੇ ਸੀ। ਅੱਛਾ, ਹੁਣ ਜਦੋਂ ਖਤਮ ਹੋਇਆ ਰਾਮਨਵਮੀ ਦੇ, ਬੜੇ ਸਾਰੇ ਮੁਸਲਮਾਨ ਨੇ ਝੰਡੇ BJP RSS ਨੇ ਚੜ੍ਹਾਏ ਆ, ਬੜੇ ਸਾਰੇ ਮੁਸਲਮਾਨ ਨੇ। ਅਸੀਂ ਫਿਰ ਕਿੱਥੇ ਮਾਈਨੋਰਿਟੀਜ਼ ਕਿੱਥੇ ਜਾਈਏ। ਹੁਣ 20 ਕਰੋੜ ਮੁਸਲਮਾਨ ਹੈ, ਜੇ ਉਹਦੇ ਨਾਲ ਛੇੜਖਾਨੀ ਕਰੀ ਜਾਓਗੇ ਫਿਰ ਉਸਨੇ ਤਾਂ ਕੋਈ ਨਾ ਕੋਈ ਜਵਾਬ ਦਊਗਾ। ਤੇ ਤੁਹਾਡੀ ਮਿਲਟਰੀ ਕੀ ਕਰ ਰਹੀ ਹੈ, ਉਹ ਬਾਰਡਰ ਕਿਉਂ ਨਹੀਂ ਸਾਂਭ ਸਕਦੀ? ਕਿਉਂ ਕਰਕੇ ਉਸ ਨੂੰ ਇੰਡੀਆ ਨੇ ਆਪਣੀ ਇੰਟਰਨਲ ਸਿਕਿਉਰਿਟੀ ਦੇ ਉੱਤੇ ਲਾਇਆ ਹੋਇਆ। ਲਦਾਖ ਦੇ ਵਿੱਚ, ਕਸ਼ਮੀਰ ਦੇ ਉੱਤੇ, ਪਾਕਿਸਤਾਨ ਤੇ ਪੰਜਾਬ ਦੇ ਉੱਤੇ BSF ਦਾ ਵੀ ਦਾਇਰਾ 50 ਕਿਲੋਮੀਟਰ ਅੰਦਰ ਪੰਜਾਬ ਦੇ ਕਰਤਾ ਹੈ ਕਿ ਸਿੱਖ ਗੜਬੜ ਕਰਨਗੇ। ਕਿਹੜੀ ਗੜਬੜ ਕੀਤੀ ਹੈ ਜੀ ਸਿੱਖਾਂ ਨੇ? ਐਵੇਂ ਸਿੱਖਾਂ ਦਾ ਨਾਮ ਬਦਨਾਮ ਕਰੀ ਜਾਣਾ। ਮੈਂ ਤਾਂ ਪ੍ਰਾਈਮ ਮਿਨਿਸਟਰ ਨੂੰ ਸਲਾਹ ਦਿੰਦਾ ਕਿ ਜਿਹੜੀ ਫੌਜ ਹੈ, ਆਰਮੀ ਹੈ, ਇਸ ਨੂੰ ਤੁਸੀਂ ਡਿਫੈਂਸ ਮਿਨਿਸਟਰੀ ਤੋਂ ਕੱਢ ਕੇ ਯੂਨੀਅਨ ਹੋਮ ਮਿਨਿਸਟਰੀ ਥੱਲੇ ਲਾ ਦਿਓ। ਕਿਉਂ ਕਰਕੇ ਬਾਰਡਰ ਦੀ ਰੱਖਿਆ ਤਾਂ ਕਰ ਨਹੀਂ ਰਹੀ। ਇਹ ਤਾਂ ਇੰਡੀਆ ਦੇ ਵਿੱਚ ਜਿਹੜੀ ਗੜਬੜ ਹੈ, ਛੱਤੀਸਗੜ੍ਹ ਦੇ ਵਿੱਚ ਕਹਿ ਦਿੰਦੇ ਆ ਕਿ ਜੀ ਜਿਹੜੇ ਆਦਿਵਾਸੀ ਹੈ ਉਹ ਆਪਣੇ ਹੱਕ ਮੰਗਦੇ ਆ। ਵੱਡੇ ਵੱਡੇ ਬਿਜ਼ਨਸਮੈਨ ਕਹਿੰਦੇ ਆ ਕਿ ਇਹ ਜੰਗਲਾਂ ਵਿੱਚ ਰਹਿਣ ਵਾਲੇ ਬੰਦੇ ਹੈ, ਇਹਨਾਂ ਦੇ ਜਿੰਨੇ ਵੀ ਸੁਰਮੇ ਹੈਗੇ ਹੈ, ਪਾਣੀ ਹੈਗਾ, ਹੀਰੇ ਜਵਾਹਰ ਹੈ, ਸੋਨਾ ਹੈ, ਲੱਕੜ ਹੈ, ਉਹ ਕੱਢ ਲਈਏ। ਉਹ ਵਿਚਾਰੇ ਔਖੇ ਹੈ, ਉਹਨਾਂ ਨੂੰ ਕਹਿੰਦੇ ਇਹ ਮਾਓਵਾਦੀ ਹੈ ਤੇ ਨਕਸਲਾਈਟ ਹੈ, ਜਿਹਦਾ ਮਤਲਬ ਹੈ ਕਿ ਸਰਕਾਰ ਨੂੰ ਬਹਾਨਾ ਮਿਲ ਜਾਂਦਾ ਹੈ ਕਿ ਇਹਨਾਂ ਨੂੰ ਮਾਰੋ ਗੋਲੀ। ਹੁਣ ਠਾਕਰ ਸਾਹਿਬ ਆਪਣੇ ਸੈਂਟਰ ਦੇ ਇਨਫੋਰਮੇਸ਼ਨ ਮਿਨਿਸਟਰ ਨੇ, ਉਹ ਕਹਿੰਦੇ ਹੈ ਕੀ ਕਹਿੰਦੇ ਹੈ, देश की गद्दारों को गोली मारो सारों को। क्योंकि देश के गद्दार ठाकर साहब के सारे है ते मिसेस ठाकुर को ऑब्जेक्शन करना चाहिए कि भाई तू ये मेरे वीरां नूं गालां कढी जांदा है।
गोलीबार सालों को कोई एक्शन सरकार लेती नहीं। ना मोदी साहब बोलते हैं, ना बोलते अमित शाह जी, ना भल्ला जी ਜਿਹੜੇ होम सैकटरी है। अच्छा, इतना मैसिव फेलियर हो गया इंटेलिजेंस का। यूनियन होम सैकटरी मिस्टर भल्ले ਨੂੰ भी 1 साल नौकरी ਹੋਰ ਵਧਾ ਦਿੱਤੀ ਹੈ। ਉਹਨੇ ਰਿਟਾਇਰ ਹੋ ਜਾਣਾ ਸੀਗਾ। ਰॉ ਦਾ ਜਿਹੜਾ ਡਾਇਰੈਕਟਰ ਹੈ ਉਹਨੇ ਵੀ ਰਿਟਾਇਰ ਹੋਣਾ ਸੀਗਾ। ਉਹਨੂੰ 1 ਸਾਲ ਦੀ ਹੋਰ ਅਮੋਨਤ ਦੇਤੀ ਹੈ। ਆਈਪੀ ਦਾ ਡਾਇਰੈਕਟਰ ਨੇ ਰਿਟਾਇਰ ਹੋਣਾ ਸੀ, ਉਸ ਨੂੰ 1 ਸਾਲ ਨੌਕਰੀ ਹੋਰ ਵਧਾਤੀ ਹੈ। ਤਾਂ ਮੇਰਾ ਮਤਲਬ ਹੈ ਕਿ ਜੇ ਤੁਸੀਂ ਨਲੈਕਾਂ ਨੂੰ ਅੱਗੇ ਲੈ ਕੇ ਆਓਗੇ, ਤੁਸੀਂ ਤਾਂ ਫਿਰ ਨਲੈਕੇ ਨੂੰ ਵਧਾਵਾ ਦੇ ਰਹੇ ਹੋ। ਤੁਹਾਡੇ ਵਿੱਚ ਕੋਈ ਆਪਣੇ ਦੇਸ਼ ਭਗਤੀ ਤਾਂ ਹੈ ਨਹੀਂ ਗੀ। ਹੁਣ ਦੇਸ਼ ਭਗਤੀ ਕਿੱਥੋਂ ਆਊਗੀ ਜਦੋਂ ਸਾਡੇ ਹਿੰਦੂ ਵੀਰ ਨੇ ਇਤਿਹਾਸ ਦੇ ਵਿੱਚ ਰਾਜਨੀਤੀ ਦਾ ਕਦੇ ਯੋਧਿਆਂ ਦਾ ਨਾਮ ਸੁਣਦੇ ਅੱਗੇ ਹੋਏ ਮੁਸਲਮਾਨ ਤੇ ਹਿੰਦੂਆਂ ਦੇ, ਉਦੋਂ ਤੱਕ ਸੱਜਣੀ ਇਲਜ਼ਾਮ ਲਾਇਆ ਕਿ ਜੀ ਇਹ ਬਾਹਰ ਦੇ ਮੁਲਕ ਭੜਕਾਉਂਦੇ ਸੀਗੇ। ਪਾਕਿਸਤਾਨ ਦਾ ਜ਼ਰੂਰ ਨਾ ਆਇਆ ਹੈ, ਉਹਦਾ ਇਸ਼ਾਰਾ ਸੀਗਾ ਕਿ ਮੁਸਲਮਾਨਾਂ ਨੂੰ ਭੜਕਾ ਰਹੇ ਹੈ। ਪਰ ਜਦੋਂ ਸਿੱਖਾਂ ਨੂੰ ਅਸੀਂ ਖੁਦਮੁਖਤਿਆਰ ਲੋਕ ਹੈਗੇ ਆ, ਯੂ ਜੇਨਰਸ ਸੋਵਰਨ ਪੀਪਲ, ਕਿ ਸਾਡਾ ਦਿਮਾਗ ਹੈ ਨਹੀਂ ਗਾ ਕਿ ਬਾਹਰ ਦੇ ਬੰਦਿਆਂ ਤੋਂ ਅਸੀਂ ਭੜਕਾਊ ਕਰਦੇ। ਹੁਣ ਜਿਹੜਾ ਮੈਂ ਚੀਜ਼ਾਂ ਕਹਿ ਰਿਹਾ ਹੈ, ਗੱਲ ਤਾਂ ਇੱਥੇ ਆਉਂਦੀ ਹੈ ਕਿ ਸਾਡੇ ਮਸਲਾ ਕੋਈ ਹੱਲ ਨਹੀਂ ਹੋਇਆ, ਸਾਡੀ ਜਮਹੂਰੀਅਤ ਹੋਈ ਗਈ ਹੈ। ਇਹ ਬਹੁਤ ਸੀਰੀਅਸ ਹੈ ਕਿ ਮੈਜੋਰਿਟੇਰੀਅਨਸ ਦੀ ਜਮਹੂਰੀਅਤ 12 ਸਾਲ ਦੇ ਲਈ ਦਿੱਲੀ ਦੀ ਪਾਰਲੀਮੈਂਟ ਬੰਦ ਕੀਤੀ ਜਾਵੇ ਤਾਂ ਫਿਰ ਬਹੁ ਗਿਣਤੀ ਕਿਵੇਂ ਮਹਿਸੂਸ ਕਰੂਗੀ। ਬਹੁ ਗਿਣਤੀ ਦੇ ਸਿੱਖ ਦਾ ਹਿਰਦਾ ਕਦੇ ਚੀਰ ਕੇ ਦੇਖਿਆ ਕਿ ਸਾਡਾ ਮੈਜੋਰਿਟੇਰੀਅਨਸ ਦਾ ਤੇ ਸਿੱਖਾਂ ਦਾ ਹਿਰਦਾ ਇੱਕੋ ਹੀ ਹੈ ਤੇ ਦਰਦ ਇੱਕੋ ਜਿਹੀ ਹੁੰਦੀ ਹੈ ਸਿੱਖ ਨੂੰ। ਜੇ ਮੈਜੋਰਿਟੇਰੀਅਨ ਦੀ ਪਾਰਲੀਮੈਂਟ ਦੇ ਇਲੈਕਸ਼ਨ 12 ਸਾਲ ਤੱਕ ਰੋਕੇ ਜਾਣ, ਆਪਣੇ ਕੋਈ ਦੇਖਦਾ ਹੀ ਨਹੀਂ ਹੈ। ਉੱਤੋਂ ਦੇ ਉੱਤੇ ਸਾਨੂੰ ਰਗੜਾ ਚੜ੍ਹ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੀ ਜਿਹੜੀਆਂ ਇਹ ਆਪਾਂ ਨੂੰ ਕਰਨੀਆਂ ਪੈਣੀਆਂ। ਤੇ ਜੱਜ ਜਿਹੜੇ ਹੈਗੇ ਸ਼ੇਖਵਾਲ, ਸਾਗਵਾਨ, ਬਜਾਜ ਤੇ ਕੋਈ ਜਿਹੜਾ ਹੋਰ ਮੈਂ ਨਾਂ ਲਿਆ ਹੈਗਾ, ਹਾਈ ਕੋਰਟ ਨੂੰ ਵੀ ਦੇਖਣਾ ਚਾਹੀਦਾ ਕਿ ਤੁਸੀਂ ਇੱਕਦਮ ਜਿਹੜੇ ਡਰੱਗ ਲੌਰਡਸ ਨੇ, ਜਿਹੜੇ ਨਸ਼ੇ ਵੇਚਦੇ ਹੈ, ਜੇ ਉਹ ਫੜੇ ਜਾਣ ਤੇ ਉਹ ਕਹਿੰਦੇ ਜੀ ਸਾਡੇ ਉੱਤੇ ਤਾਂ ਸਿਆਸੀ ਕੇਸ ਬਣਾਇਆ। ਹੁਣ ਸਿਆਸੀ ਕੇਸ ਕਿਵੇਂ ਬਣ ਗਿਆ? ਜੇ ਤੁਸੀਂ ਧੰਦਾ ਕਰਦੇ ਹੋ ਤੇ ਤੁਹਾਡੇ ਉੱਤੇ ਕੇਸ ਬਣਦੀ ਹੈ। ਤੇ ਜਿੰਨੇ ਵੀ ਬਦਮਾਸ਼ ਹੁੰਦੇ ਹੈ, ਮੈਂ ਪੁਲਿਸ ਆਫਿਸਰ ਰਿਹਾ, ਇਹ ਤਾਂ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਦੇ ਨਾਲ ਚੱਲਦੇ ਆ। ਇਹ ਕਿਸੇ ਦੇ ਸਕੇ ਨਹੀਂ ਹੁੰਦੇ। ਜਿਹਦੀ ਹੁਕੂਮਤ ਹੁੰਦੀ ਹੈ ਉਹਦੇ ਨਾਲ ਇਹ ਡਰੱਗ ਲੌਰਡ, ਬਦਮਾਸ਼ ਜਿੰਨੇ ਵੀ ਹੈ ਉਹ ਚੱਲਦੇ ਆ। ਤੇ ਇਹਦੇ ਵਿੱਚ ਸੁਪਰੀਮ ਕੋਰਟ ਵੀ ਬੇਲ ਦੇਈ ਜਾਂਦੀ ਹੈ, ਹਾਈ ਕੋਰਟ ਵੀ ਦੇਈ ਜਾਂਦੀ ਹੈ। ਫਿਰ ਕਹਿੰਦੇ ਲਾਅ ਐਂਡ ਆਰਡਰ ਖਰਾਬ ਹੋ ਗਿਆ। ਤਾਂ ਵੀ ਇੰਡੀਆ ਉਮੀਦ ਨਹੀਂ ਕਰਦਾ ਬਰਤਾਨੀਆ ਨੂੰ ਤੇ ਰੂਸ ਨੂੰ ਕਿ ਸਾਡੀ ਇਮਦਾਦ ਕਰੋ। ਪਰ ਜੇ ਸਿੱਖ ਜਿਹੜੇ ਸਟੇਟਲੈਸ ਹੈ ਉਹਨਾਂ ਦੇ ਨਾਲ ਜੰਗ ਕਰਨਾ ਹੈ ਤੇ ਫਿਰ ਤੁਸੀਂ ਬਾਹਰ ਦੀਆਂ ਫੌਜਾਂ ਕਿਉਂ ਮੰਗਾਈਆਂ? ਤੇ ਜਿਹੜੇ ਰੂਸ ਦੇ ਬਰਤਾਨੀਆ ਦੇ ਇੱਥੇ ਲੀਡਰ ਆਉਂਦੇ ਹੈ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਕੰਮ ਕੀ ਸੀ? 1984 ਦੇ ਵਿੱਚ ਤੁਹਾਡੀਆਂ ਫੌਜਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹੈ। ਉਹ ਬੋਲਦੇ ਹੀ ਹੈ। ਮੇਰਾ ਮਤਲਬ ਸਾਰੇ ਪਾਸਿਓਂ ਸਾਨੂੰ ਕੱਢਿਆ ਹੋਇਆ ਤੇ ਫਿਰ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਕੱਲ ਗੜਬੜ ਹੋਊਗੀ ਜੇ ਸੈਨੇਟ ਉੱਥੇ ਪਥਰਾਓ ਕਰਨਗੇ, ਸਿੱਖਾਂ ਦੇ ਪੁਤਲੇ ਸਾੜਨਗੇ, ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਸੀ। ਆਪਣੀ ਫੇਲੀਅਰ ਦਿਖਾ ਕੇ ਹੁਣ
सिखा का कसूर कढ़ते है ट्रिब्यून वाले कि जी ये तो बाहर के बंदे सीगे इटली अमेरिका कैनेडा के जिन्होंने भड़काया है ते जिहड़ी लीडरां को महात्मा को ते सियासी बंदियां को सिक्योरिटी खुस गई है उन्होंने कराया। हुण जिहड़े बंदियां दे नाल बंदे ही नहीं है वो कल भी दुर्घटना क्यों कराउणगे किवें करनगे जे वो कराउणगे। सो मैनूं नहीं समझ आउंदी कि सानूं सिखां चों इटली अमेरिका पाकिस्तान कैनेडा के नाल क्यों जोड़िया जा रहा है। नाल मिल के साडे गुरु ग्रंथ साहब दीआं बेअदबियां बरगाड़ी विच ते नाल दे पिंडां विच करवाईयां सीगीआं। अजे तक कोई भी मुलजम नहीं फड़िया गया। फिर STPC ਉਹਦੇ ਸਾਡੇ ਇਲੈਕਸ਼ਨ नहीं हो रहे। 12 साल हो गए है कि सिखा की जी पार्लियामेंट है जिसकी म्याद 5 साल होनी है वो 12 साल तो इलैक्शन ना होण ते फिर सिख कौम का जो जमहूरीयत हक है ये क्यों खो के रखा हुआ की वजह है। ते मोदी साहब ने सिखा क्यों नहीं दसिया ते वो सिखा ने पूछा क्यों नहीं क्यों करके वो सदे हुए पालतू कबूतर है जेडे बंदे से आप डाली मार देंगे मरवा देंगे फिर शाम को फिर डाली मार के वापस आ जाते हैं। ਇਹੋ ਜਿਹੇ सिख लीडर्स के नाल अपनी क्रेडिबिलिटी गवा देनी ते जिहड़े मसले हैगे आ असली उन्होंने हल ना करना। 1984 के जी कतलेआम हुई है अजे तक कोई बंदा नहीं फड़िया गया। जेनोसाइड हुई है दरबार साहब के उत्ते फौज ने अटैक किया। इंडियन फौज ने बरतानिया की फौज बुलाई गई सोवियत यूनियन की फौज बुलाई गई। सिख एक स्टेटलेस लोग हैगे है। ये पाकिस्तान के नाल लड़ाई होती है फिर इंडिया कदे भी रूस की या बरतानिया की फौज की इमदाद तो नहीं मांगता है। स्पेन सैनी ने जिसने सिखा का कतलेआम किया उसको फिर एक ढांडिया जज ने बेल दे दी है। उस तो पहला जो हाईकोर्ट के जज शेखवाल से सागवान से एक बजाज साहब से वो कहते कि सैनी को कोई इंटरोगेट नहीं कर सकता। फिर बजाज साहब ने ऑर्डर दिता कि सैनी को जो इंटरोगेट करना है हरियाणा की जेल के पुलिस का करो। ਹੁਣ ਜੇਲ੍ਹ ਦੇ ਵਿੱਚ ਜਿੱਥੇ ਸਰਕਾਰ ਆਪ ਸੈਣੀ ਨੂੰ ਪਨਾਹ ਦਿੰਦੀ ਹੋਵੇ ਉੱਥੇ ਕਿਵੇਂ ਸੈਣੀ ਦੀ ਇੰਟਰੋਗੇਸ਼ਨ ਹੋ ਸਕਦੀ ਹੈ। ਸਾਰੇ ਇੱਥੇ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਪਾਰਟੀ ਦਾ ਵਿਸ਼ਾ ਇਹ ਹੈ कि सिखों ने अपनी इज्जत का स्थान इंडिया में नहीं मिल रहा। प्राइम मिनिस्टर ने भी कल मीटिंग सिख लीडर्स के नाम की है। मीटिंग सिख लीडर्स के नाम करनी बहुत अच्छी होती है प्राइम मिनिस्टर की पर ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਹੈ ਉਹਦਾ ਅਜੇ ਤੱਕ ਕੋਈ ਵੀ ਨਹੀਂ ਟੱਚ ਕਰ ਰਿਹਾ ਜਿਹੜੀ ਬਹੁਤ ਅਫਸੋਸ ਦੀ ਗੱਲ ਹੈ। ਪਰ ਜੇ ਗੜਬੜ ਗੱਲ ਪਟਿਆਲੇ ਦੇ ਵਿੱਚ ਹੋਈ ਹੈ ਤਾਂ ਇੱਕ ਬਹੁਤ ਵੱਡਾ ਅੰਗਰੇਜ਼ੀ ਦਾ ਪੇਪਰ ਕਹਿ ਰਿਹਾ ਹੈ ਕਿ ਇਹਦੀ ਵਜ੍ਹਾ ਹੈਗੀ ਹੈ ਕਿ ਜਿਹੜੇ ਧਾਰਮਿਕ ਤੇ ਸਿਆਸੀ ਬੰਦਿਆਂ ਤੋਂ ਸਿਕਿਉਰਿਟੀ ਖੋਈ ਗਈ ਹੈ उन्होंने गड़बड़ कराई है।
ਹੁਣ ਤੁਸੀਂ ਦੱਸੋ ਜਿਹੜੇ ਇਹੋ ਜਿਹੇ ਲੀਡਰ ਹੈ ਜਿਹੜੇ ਸਿਕਿਉਰਿਟੀ ਦੇ ਨਾਲ ਹੀ ਚੱਲਦੇ ਹੈ, ਇਹਦਾ ਮਤਲਬ ਹੈ ਕਿ ਉਹਨਾਂ ਦੀ ਮੈਚ ਫਾਰਵਰਡ ਹੈ ਨਹੀਂ ਗੀ। ਜੇ ਮੈਚ ਫਾਰਵਰਡ ਹੋਵੇ ਤਾਂ ਸਿਕਿਉਰਿਟੀ ਦਾ ਮੰਗਣ। ਸੋ ਗੜਬੜ ਦਾ ਕਹਿਣਾ ਹੈ ਕਿ ਰਿਲੀਜੀਅਸ ਤੇ ਪੋਲੀਟੀਕਲ ਬੰਦੇ ਜਿਨ੍ਹਾਂ ਦੀ ਸਿਕਿਉਰਿਟੀ ਪੁੱਛਦੀ ਹੈ, ਬਤੌਰ ਮੈਨੂੰ ਐਜ਼ ਅ ਸਿੱਖ, ਐਜ਼ ਅ ਇੰਡੀਵਿਜੂਅਲ, ਇਹ ਸਮਝ ਨਹੀਂ ਆਉਂਦੀ ਕਿ ਜੇ ਸਿੱਖ ਇੰਡੀਆ ਦੇ ਵਿੱਚ ਸੈਟਿਸਫਾਈਡ ਹੈ। ਇਹ ਪੇਪਰ ਕਹਿੰਦਾ ਹੈ ਕਿ ਬਾਹਰ ਦੇ ਮੁਲਕਾਂ ਨੇ, ਪਾਕਿਸਤਾਨ, ਇਟਲੀ, ਕੈਨੇਡਾ ਤੇ ਅਮਰੀਕਾ ਨੇ ਗੜਬੜ ਦੇ ਵਿੱਚ ਹਿੱਸਾ ਲਿਆ। ਮੇਰਾ ਕਹਿਣ ਦਾ ਭਾਵ ਹੈ ਕਿ ਜੇ ਇੱਥੇ ਸਿੱਖ ਸੰਤੁਸ਼ਟੀ ਦੇ ਨਾਲ ਰਹਿ ਰਹੇ ਹੈ ਤੇ ਬਾਹਰ ਦੇ ਮੁਲਕ ਸਿੱਖਾਂ ਨੂੰ ਕਿਉਂ ਭੜਕਾਉਣਗੇ?